ਆਸਾੜਤ ਪੰਦਾ ਤਿਸ ਲੱਗੈ, ਹਰ ਨਾਹੂ ਨ ਜਿਨਾ ਪਾਸ। ਜਗ ਜੀਵਨ ਪੁਰਖ ਤਿਆਗ ਕੈ, ਮਾਨਸ ਸੰਧਿਆਸ। ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਅੰਦਰ ਸਤਿਗੁਰੂ ਜੀ ਦੇ ਚਰਨਾਂ ਵਿੱਚ ਜੁੜ ਬੈਠੇ ਹੋਏ ਸਤਸੰਗੀ ਜਨੋ, ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ। ਅੱਜ ਪਾਵਨ ਪਵਿੱਤਰ ਦਿਹਾੜਾ ਸੰਗਰਾਂਦ ਦਾ, ਹਰ ਜੇਠ ਜੜਨ ਦਾ ਲੋਹੜੀ ਹੈ, ਜਿਸ ਅੱਗੇ ਸਭ ਨਿਵੰਨ। ਜੇਠ ਦਾ ਮਹੀਨਾ ਸਮਾਪਤ ਹੁੰਦਾ ਹੋਇਆ ਅੱਜ ਹਾੜ ਦਾ ਮਹੀਨਾ ਆਰੰਭ ਹੋਇਆ ਹੈ। ਗੁਰਬਾਣੀ ਦੇ ਵਿੱਚ ਇਸ ਮਹੀਨੇ ਨੂੰ ਆਪਾਂ ਇਸ ਤਰ੍ਹਾਂ ਪੜ੍ਹਦੇ ਹਾਂ, ਆਸਾੜਤ ਪੰਦਾ ਤਿਸ ਲੱਗੈ, ਹਰ ਨਾਹੂ ਨ ਜਿਨਾ ਪਾਸ। ਜਗ ਜੀਵਨ ਪੁਰਖ ਤਿਆਗ ਕੈ, ਮਾਨਸ ਸੰਧੀ ਆਸ। ਸ਼ਹੀਦਾਂ ਦੇ ਸਰਤਾਜ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ, ਕਹਿੰਦੇ ਨੇ, ਬੇਸ਼ੱਕ ਦੀ ਸਰੀਰ ਨੂੰ ਤਪਾਉਣ ਵਾਲੀ ਧੁੱਪ ਮਨੁੱਖ ਦੇ ਸਰੀਰ ਨੂੰ ਤਪਾਉਂਦੀ ਹੈ। ਮਹਾਰਾਜ ਕਹਿੰਦੇ ਨੇ, ਭਾਵੇਂ ਮਨੁੱਖ ਬਰਫਾਂ ਦੀਆਂ ਪਹਾੜੀਆਂ ਤੇ ਜਾ ਕੇ ਬੈਠ ਜਾਵੇ, ਚਾਹੇ ਉਹ ਪਹਾੜਾਂ ਦੀਆਂ ਗੁਫਾ ਦੇ ਵਿੱਚ ਬੈਠ ਜਾਵੇ, ਮਹਾਰਾਜ ਕਹਿੰਦੇ, ਪਰ ਜਿਹੜੀ ਅੰਦਰ ਜਿਹੜੀ ਤਪਸ਼ ਹੈ, ਅੰਦਰ ਅੰਧਕਾਰ ਦੇ ਹਨੇਰੇ ਦੇ ਵਿੱਚ ਮਨ ਪਿਆ ਤਪਦਾ, ਮਹਾਰਾਜ ਕਹਿੰਦੇ ਉਹਨੂੰ ਕੋਈ ਪਹਾੜਾਂ ਦੀਆਂ ਸਰਦੀਆਂ ਜਾਂ ਸਿਆਲੀ ਰੁੱਤਾਂ ਠਾਰ ਨਹੀਂ ਸਕਦੀਆਂ। ਤਨ ਤੇ ਮਨ ਦੋ ਨੇ। ਤਨ ਦੇ ਗਰਮੀ ਨੂੰ ਮਿਟਾਉਣ ਵਾਸਤੇ ਮਨੁੱਖ ਅਨੇਕਾਂ ਤਰ੍ਹਾਂ ਦੇ ਯਤਨ ਕਰ ਲੈਂਦਾ ਹੈ। ਪਿੱਪਲ ਅਤੇ ਛਾਂਦਾਰ ਰੁੱਖ ਦੀ ਠੰਡੀ ਛਾਵੇਂ ਬੈਠ ਕੇ ਘੜੇ ਦਾ ਠੰਡਾ ਪਾਣੀ ਪੀ ਕਰਕੇ ਇਸ ਤਨ ਨੂੰ ਠਾਰ ਸਕਦਾ ਹੈ। ਕਿਸੇ ਠੰਡੇ ਹਿੱਸੇ ਦੇ ਵਿੱਚ ਜਾ ਕਰਕੇ ਬੈਠ ਕਰਕੇ ਇਸ ਤਨ ਨੂੰ ਠਾਰ ਸਕਦਾ ਹੈ। ਪਰ ਮਹਾਰਾਜ ਕਹਿੰਦੇ ਨੇ, ਜਿਹੜਾ ਮਨ ਅੰਦਰੋਂ ਕਲਪਦਾ ਪਿਆ, ਮਨ ਤਪਿਆ ਪਿਆ ਅੰਦਰੋਂ, ਗੁਰਬਾਣੀ ਦੇ ਵਿੱਚ ਆਂਦਾ ਹੈ, ਚੰਦਨ ਚੰਦਨਾ ਸਰਦ ਰੁੱਤ, ਮੂਲ ਨਾ ਮਿਟਹੀ ਕਾਮ। ਸੀਤਲ ਥੀਵੈ ਨਾਨਕਾ, ਜਪੰਦੜੋ ਹਰ ਨਾਮ। ਮਹਾਰਾਜ ਕਹਿੰਦੇ, ਸੀਤਲਤਾ ਨੂੰ ਦੇਣ ਵਾਲੇ ਅਨੇਕਾਂ ਤਰ੍ਹਾਂ ਦੇ ਤਰੀਕੇ ਮਨੁੱਖ ਅਪਣਾਉਂਦਾ ਹੈ। ਮੱਥੇ ਤੇ ਚੰਦਨ ਦਾ ਲੇਪ ਵੀ ਕੀਤਾ ਹੋਇਆ ਮਨੁੱਖ ਅੰਦਰੋਂ ਤਪਿਆ ਹੁੰਦਾ ਹੈ। ਗੁਰੂ ਨਾਨਕ ਸਮੇਂ ਦੇ ਇੱਕ ਇਤਿਹਾਸਕ ਸਾਖੀ ਸਾਹਮਣੇ ਆਉਂਦੀ ਹੈ ਕਿ ਇੱਕ ਸਾਧੂ, ਜਿਹਨੇ ਆਪਣੇ ਸਰੀਰ ਤੇ ਸਵਾਹ ਮਲੀ ਹੋਈ, ਚੰਦਨ ਮਲੀ ਹੋਈ ਹੈ, ਤੇ ਗੁਰੂ ਨਾਨਕ ਸਾਹਿਬ ਨੂੰ ਭਾਈ ਮਰਦਾਨਾ ਜੀ ਪੁੱਛਦੇ ਨੇ, ਮਹਾਰਾਜ, ਇਹ ਸਾਧੂ ਜੋ ਆਪਣੇ ਸਰੀਰ ਤੇ ਚੰਦਨ ਮਲੀ ਬੈਠਾ ਹੈ, ਆਪਣੇ ਸਰੀਰ ਤੇ ਸਵਾਹ ਮਲੀ ਬੈਠਾ ਹੈ, ਇਹਦਾ ਕੀ ਕਾਰਨ ਹੈ? ਮਹਾਰਾਜ ਕਹਿੰਦੇ, ਇਹ ਮੱਥੇ ਤੇ ਚੰਦਨ ਦਾ ਤਿਲਕ ਲਾ ਕੇ, ਮੱਥੇ ਤੇ ਚੰਦਨ ਲਾ ਕੇ ਇਹ ਸਮਝਦਾ ਕਿ ਮੈਂ ਅੰਦਰੋਂ ਬੜਾ ਠੰਡਾ ਹਾਂ, ਪਵਿੱਤਰ ਹਾਂ, ਪਰ ਇਹਦੇ ਅੰਦਰ ਤੇ ਅੱਗ ਵੀ ਬਲਦੀ ਹੈ। ਭਾਈ ਮਰਦਾਨਾ ਜੀ ਨੂੰ ਜਾ ਕੇ ਗੁਰੂ ਨਾਨਕ ਸਾਹਿਬ ਨੇ ਸਮਝਾਇਆ, ਇਹਨੂੰ ਦੋ ਚਾਰ ਗੱਲਾਂ ਪੁੱਛ ਤੇ ਦੇਖੀ, ਇਹਦੇ ਅੰਦਰੋਂ ਕਿਵੇਂ ਅੱਗ ਦੇ ਪੁਹਾਰੇ ਪੇ ਫੁੱਟਦੇ ਨੇ। ਭਾਈ ਮਰਦਾਨਾ ਜੀ ਗੱਲ ਕਰਨ ਲੱਗੇ। ਜਦੋਂ ਇੱਕ ਦੋ ਵਿਚਾਰਾਂ ਦੀ ਸਾਂਝ ਪਾਈ ਤੇ ਉਹ ਗੁੱਸੇ ਦੇ ਨਾਲ ਅੱਗ ਬਬੂਲਾ ਹੋਇਆ। ਜਵਾਬ ਦੇਣੇ ਤੇ ਕੀ ਸਨ, ਤੇ ਅੰਦਰੋਂ ਇੰਨੇ ਅਪਸ਼ਬਦ, ਮਾੜੇ ਸ਼ਬਦ ਬੋਲਣ ਲੱਗ ਪਿਆ ਕਿ ਭਾਵ ਅੰਦਰੋਂ ਅੱਗ ਵਰਸਾਉਣ ਲੱਗ ਪਿਆ। ਇਸੇ ਤਰ੍ਹਾਂ ਮਨੁੱਖ ਨੂੰ ਮਹਾਰਾਜ ਸਮਝਾਉਂਦੇ ਨੇ ਕਿ ਇਹ ਮਨੁੱਖ, ਭਾਵੇਂ ਤੂੰ ਪਹਾੜਾਂ ਦੇ ਵਿੱਚ ਜਾ ਕੇ ਬੈਠ ਜਾ, ਭਾਵੇਂ ਸਰਦੀ ਰੁੱਤ ਦੇ ਵਿੱਚ ਬੈਠ ਜਾ, ਤਨ ਨੂੰ ਠੰਡਾ ਕਰਨ ਵਾਸਤੇ ਤੂੰ ਅਨੇਕਾਂ ਤਰੀਕੇ ਵਰਤ ਸਕਦਾ ਹੈ, ਪਰ ਤੇਰੇ ਹਿਰਦੇ ਦੇ ਅੰਦਰ ਜੇ ਪ੍ਰਮਾਤਮਾ ਦਾ ਨਾਮ ਨਹੀਂ ਨਾ ਵਸਿਆ, ਮਹਾਰਾਜ ਕਹਿੰਦੇ ਭਾਵੇਂ ਤੂੰ
ਕਿੰਨੇ ਵੀ ਯਤਨ ਕਰ ਲੈ ਪਰ ਤੇਰਾ ਅੰਦਰ ਤਪਦਾ ਰਹੇਗਾ। ਜੀਉ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ। ਜੈ ਤਨ ਬਾਣੀ ਵਿਸਰ ਜਾਏ, ਜਿਉ ਪੱਕਾ ਰੋਗੀ ਵਿਲ ਲਾਏ। ਮਹਾਰਾਜ ਕਹਿੰਦੇ ਤੂੰ ਇਉਂ ਹੀ ਵਾਰ-ਵਾਰ ਤਪਦਾ ਰਹੇਂਗਾ, ਕਿਉਂਕਿ ਤੇਰੇ ਹਿਰਦੇ ਦੇ ਵਿੱਚੋਂ ਪ੍ਰਮਾਤਮਾ ਦੀ ਬਾਣੀ ਭਾਵ ਪ੍ਰਮਾਤਮਾ ਦਾ ਨਾਮ ਵਿਸਰ ਗਿਆ। ਆਖਾਂ ਜੀ ਮਰ ਜਾਉ, ਜਦੋਂ ਪ੍ਰਮਾਤਮਾ ਦਾ ਨਾਮ ਵਿਸਰ ਜਾਂਦਾ ਹੈ ਤੇ ਮਨੁੱਖ ਮੋਇਆ ਹੀ ਸਮਝੋ। ਸਤਿਗੁਰ ਦੀ ਬਾਣੀ ਕਹਿੰਦੀ ਹੈ, ਅਸਾੜਤ ਪੰਦਾ ਤਿਸ ਲੱਗੈ, ਹਰ ਨਾਹੂ ਨਾ ਜਿੰਨਾ ਪਾਸ। ਮਹਾਰਾਜ ਕਹਿੰਦੇ ਹਾੜ ਦਾ ਮਹੀਨਾ ਉਹਨਾਂ ਜੀਵਾਂ ਦੇ ਲਈ ਤਪਦਾ ਰਹਿੰਦਾ ਹੈ। ਕਹਿੰਦੇ ਉਹ ਹਾੜ ਦੇ ਮਹੀਨੇ ਦੇ ਵਾਂਗ, ਜੇਠ ਹਾੜ ਦੇ ਮਹੀਨੇ ਦੇ ਵਾਂਗ, ਜਿਵੇਂ ਜੇਠ ਤੇ ਹਾੜ ਦਾ ਮਹੀਨਾ ਤਪਦਾ ਹੈ ਤੇ ਤਪਤ ਸਰੀਰਾਂ ਨੂੰ ਪੈਂਦੀ ਤੇ ਮਨੁੱਖ ਕਲਪ ਕਲਪ ਕੇ ਉਸ ਤਪਤ ਤੋਂ ਬਚਣ ਵਾਸਤੇ ਅਨੇਕਾਂ ਤਰ੍ਹਾਂ ਦੇ ਉਪਰਾਲੇ ਕਰਦੇ ਨੇ। ਮਹਾਰਾਜ ਕਹਿੰਦੇ ਇਸੇ ਤਰ੍ਹਾਂ ਜੇਠ ਤੇ ਹਾੜ ਦੇ ਮਹੀਨੇ ਦੇ ਵਾਂਗ ਮਨੁੱਖ ਕਲਪਦਾ ਪਿਆ ਅੰਦਰੋਂ, ਉਹਦੇ ਹਿਰਦੇ ਦੇ ਅੰਦਰ ਪਰਮਾਤਮਾ ਦੇ ਨਾਮ ਦੀ ਕੋਈ ਗੱਲ ਨਹੀਂ, ਅੰਦਰੋਂ ਤਪਿਆ ਪਿਆ। ਮਹਾਰਾਜ ਕਹਿੰਦੇ ਨੇ ਫਿਰ ਕੀ ਕਰਦਾ ਹੈ, ਜਗ ਜੀਵਨ ਪੁਰਖ ਤਿਆਗ ਕੈ, ਮਾਨਸ ਸੰਧਿਆਸ। ਜਿਹੜਾ ਜਗਤ ਦਾ ਦਾਤਾ ਹੈ, ਜਗ ਜੀਵਨ, ਸਾਰੇ ਜਗ ਨੂੰ ਜੀਵਨ ਦੇਣ ਵਾਲਾ ਮਾਲਕ, ਜਗ ਜੀਵਨ ਪੁਰਖ, ਉਹ ਮਾਲਕ ਜੋ ਅਕਾਲ ਪੁਰਖ ਹੈ, ਸਾਰੀ ਦੁਨੀਆ ਦਾ ਮਾਲਕ ਹੈ, ਸਾਜਣ ਵਾਲਾ, ਬਣਾਉਣ ਵਾਲਾ, ਮਿਟਾਉਣ ਵਾਲਾ ਹੈ। ਮਹਾਰਾਜ ਕਹਿੰਦੇ ਉਹਨੂੰ ਤਿਆਗ ਦਿੰਦਾ ਹੈ, ਭਾਵ ਉਹਨੂੰ ਵਿਸਾਰ ਦਿੰਦਾ, ਭੁੱਲ ਜਾਂਦਾ ਹੈ। ਮਾਨਸ ਸੰਧੀ ਆਸ, ਫਿਰ ਮਨੁੱਖਾਂ ਤੇ ਆਸ ਰੱਖਦਾ ਹੈ। ਜਦੋਂ ਮਨੁੱਖ ਤੇ ਆਸ ਰੱਖਦਾ ਹੈ, ਜਿਹੜਾ ਆਪ ਭਿਖਾਰੀ ਹੈ ਤੇ ਆਪ ਭਿਖਾਰੀਆਂ ਵਾਂਗ ਮਾਲਕ ਤੂੰ ਮੰਗਦਾ। ਮਹਾਰਾਜ ਕਹਿੰਦੇ ਤੂੰ ਮਨੁੱਖ ਤੇ ਆਸ ਕਿਉਂ ਰੱਖਦਾ ਹੈ? ਜੇ ਆਸ ਰੱਖਣੀ ਹੈ ਤੇ ਜਗ ਜੀਵਨ ਪੁਰਖ ਤੇ ਆਸ ਰੱਖ, ਜਿਹੜਾ ਸਾਰੇ ਜੀਵਾਂ ਦਾ ਆਸਰਾ ਹੈ, ਸਾਰੇ ਸੰਸਾਰ ਦਾ ਆਸਰਾ ਹੈ, ਸਾਰੇ ਜੀਵਾਂ ਨੂੰ ਸੁੱਖ ਦਿੰਦਾ ਹੈ। ਤੂੰ ਉਸ ਤੇ ਆਸ ਕਿਉਂ ਨਹੀਂ ਰੱਖਦਾ? ਪਰ ਮਨੁੱਖ ਦਾ ਸੁਭਾਅ ਹੈ, ਮਨੁੱਖ ਮਾਲਕ ਨੂੰ ਤਿਆਗ ਦਿੰਦਾ ਹੈ, ਕਿਉਂਕਿ ਮਾਲਕ ਸੁੱਖ ਦਿੰਦਾ ਹੈ, ਸਾਰੀਆਂ ਦਾਤਾਂ ਦਿੱਤੀਆਂ, ਪਰ ਦਾਤਾਂ ਉਹ ਇਹ ਸਮਝਦਾ ਕਿ ਮਨੁੱਖ ਹੀ ਸਭ ਕੁਝ ਦੇਣ ਵਾਲਾ ਹੈ ਤੇ ਮਨੁੱਖਾਂ ਤੇ ਮਨੁੱਖ ਆਸ ਰੱਖਦਾ ਹੈ। ਸਤਿਗੁਰੂ ਦੀ ਬਾਣੀ ਦੇ ਵਿੱਚ ਇੱਕ ਸ਼ਬਦ ਆਉਂਦਾ ਹੈ, ਮਾਨੁਖ ਕੀ ਟੇਕ ਬਿਰਥੀ ਸਭ ਜਾਨ, ਦੇਵਨ ਕੋ ਏਕੈ ਭਗਵਾਨ, ਜਿਸਕੈ ਦੀਐ ਰਹਿ ਅਗਾਏ, ਬਹੁਰ ਨ ਤ੍ਰਿਸ਼ਨਾ ਲਾਗੈ ਆਏ। ਤੇ ਇੱਥੋਂ ਤੱਕ ਮਹਾਰਾਜ ਕਹਿੰਦੇ ਨੇ, ਮਾਰੈ ਰਾਖੈ ਏਕੋ ਆਪ, ਮਾਨੁਖ ਕੈ ਕਿਛ ਨਾਹੀ ਹਾਥ। ਉਸ ਮਨੁੱਖ ਦੇ ਹੱਥ ਕੁਛ ਨਹੀਂ, ਤੂੰ ਉਸ ਮਾਲਕ ਤੇ ਆਪਣੀ ਟੇਕ ਰਸ, ਉਸ ਮਾਲਕ ਤੇ ਭਰੋਸਾ ਰੱਖ, ਜਿਹਨੇ ਸਾਰੇ ਸੰਸਾਰ ਨੂੰ ਪੈਦਾ ਕੀਤਾ ਹੈ। ਜਗ ਜੀਵਨ ਪੁਰਖ ਨੂੰ ਆਪਣੇ ਹਿਰਦੇ ਵਿੱਚ ਵਸਾ ਲੈ। ਭਾਵੇਂ ਤੂੰ ਜੇਠ ਹਾੜ ਦੀਆਂ ਧੁੱਪਾਂ ਦੇ ਵਿੱਚ ਬੈਠਾ ਵੀ ਹੋਵੇਂ, ਤਾਂਵੇਂ ਤੂੰ ਅੰਦਰੋਂ ਸ਼ਾਂਤ ਹੋਵੇਂਗਾ, ਕਿਉਂਕਿ ਤੇਰੇ ਅੰਦਰ ਪਰਮਾਤਮਾ ਦੇ ਨਾਮ ਦਾ ਕਿਣਕਾ ਮਹਾਰਾਜ ਕਹਿੰਦੇ ਵਸ ਜਾਂਦਾ ਹੈ। ਜਦੋਂ ਤੇਰੇ ਅੰਦਰ ਮਾਲਕ ਦੀ ਬਾਣੀ ਦੀ ਵਿਚਾਰ ਵਸ ਜਾਂਦੀ ਹੈ। ਬਾਣੀ ਸਤਿਗੁਰੂ ਦਾ ਨਾਮ ਹੈ। ਸੋ ਸਤਿਗੁਰੂ ਅਗਲੀ ਪੰਕਤੀ ਵਿੱਚ ਕਹਿੰਦੇ ਨੇ, ਦੋਐ ਭਾਏ ਵਗੁਚੀਐ, ਗਲ ਪਈ ਸੋ ਜਮ ਕੀ ਫਾਸ। ਦੋਐ ਭਾਵ ਮਹਾਰਾਜ ਕਹਿੰਦੇ ਨੇ, ਇੱਥੇ ਵੀ ਤੇ ਉੱਥੇ ਵੀ। ਜਿਵੇਂ ਬਾਣੀ ਵਿੱਚ ਪੜ੍ਹਦੇ ਹਾਂ, ਐਥੈ ਉਥੈ ਰਖਵਾਲਾ, ਪ੍ਰਭ ਸਤਿਗੁਰ ਦੀਨ ਦਿਆਲਾ, ਲੋਕ ਤੇ ਪਰਲੋਕ। ਪ੍ਰਭੂ ਤੋਂ ਬਿਨਾਂ ਕਿਸੇ ਹੋਰ ਦੇ ਆਸਰੇ ਮਨੁੱਖ ਖੁਆਰ ਹੁੰਦਾ। ਮਹਾਰਾਜ ਕਹਿੰਦੇ ਉਹ ਖੁਆਰ ਹੋ ਕੇ ਆਪਣੀ ਜ਼ਿੰਦਗੀ ਦੇ ਰਸਤੇ ਤੋਂ ਖੁੰਝ ਜਾਂਦਾ ਹੈ। ਜਦੋਂ ਕਿਸੇ ਹੋਰ ਮਨੁੱਖਾਂ ਦਾ ਸਹਾਰਾ ਤੱਕਦਾ ਤੇ ਉਹਨਾਂ ਦੇ ਆਸਰੇ ਰਹਿ ਜਾਂਦਾ ਹੈ। ਮਹਾਰਾਜ ਕਹਿੰਦੇ, ਗੁਰੂ ਜਿਨ੍ਹਾਂ ਕਾ ਅੰਧਲਾ, ਸਿੱਖ ਵੀ ਅੰਧੇ ਕਰਮ ਕਰੇਨ। ਜਦੋਂ ਦੂਸਰਿਆਂ ਦੇ ਆਸਰੇ ਅਸੀਂ ਰਹਿ ਜਾਂਦੇ ਹਾਂ ਤੇ ਜਿੱਥੇ ਉਹ ਕਰਮ ਕਾਂਡੀ ਮਨੁੱਖ ਆਪ ਡੁੱਬ ਜਾਂਦੇ ਨੇ ਤੇ ਆਪਣੇ ਚੇਲਿਆਂ ਨੂੰ ਵੀ ਡੁੱਬ ਦਿੰਦੇ ਹਨ। ਗੁਰੂ ਸਾਹਿਬ ਕਹਿੰਦੇ ਨੇ, ਦੁਬਦਾ ਨਾ ਪੜੋ। ਜਦੋਂ ਅਸੀਂ ਦੁਬਦਾ ਵਿੱਚ ਪੈ ਜਾਂਦੇ ਹਾਂ, ਭਾਵ ਦੁਬਦਾ ਮਨੁੱਖ ਨੂੰ ਡੁੱਬ ਦਿੰਦੀ ਹੈ। ਆਪਾਂ ਸਵੇਰੇ ਤੇ ਆ ਕੇ ਸਤਿਗੁਰੂ ਦੀ ਬਾਣੀ ਪੜ੍ਹਦੇ ਹਾਂ
ਉਹਨਾਂ ਹੱਥਾਂ ਦੇ ਨਾਲ ਗੁਟਕਾ ਫੜ ਕੇ ਸਤਿਗੁਰੂ ਨੂੰ ਯਾਦ ਕਰਦੇ ਹਾਂ। ਸ਼ਾਮ ਵੇਲੇ ਮੈਂ ਖਾਨੇ ਜਾ ਕੇ, ਸ਼ਰਾਬ ਦੇ ਅੱਡਿਆਂ 'ਤੇ ਜਾ ਕੇ ਉਹਨਾਂ ਹੱਥਾਂ ਦੇ ਨਾਲ ਸ਼ਰਾਬ ਫੜ ਕੇ ਸ਼ਰਾਬ ਪੀਂਦੇ ਹਾਂ। ਇੱਕ ਪੈਰ ਗੁਰੂ ਦੇ ਦਰਬਾਰ ਵੱਲ ਜਾਂਦਾ ਹੈ ਅਤੇ ਉਹੀ ਪੈਰ ਸ਼ਾਮ ਨੂੰ ਕਿਸੇ ਮੈਖਾਨੇ ਵੱਲ ਜਾਂਦਾ ਹੈ। ਮਹਾਰਾਜ ਕਹਿੰਦੇ ਇੱਕ ਪੈਰ ਸਵੇਰੇ ਉੱਠ ਕੇ ਸੱਚ ਦੀ ਗੱਲ ਕਰਦਾ ਹੈ ਅਤੇ ਉਹੀ ਪੈਰ ਸ਼ਾਮ ਨੂੰ ਝੂਠ ਦੀ ਗੱਲ ਪਿਆ ਕਰਦਾ ਹੈ। ਕਿਉਂਕਿ ਜਦੋਂ ਮਨੁੱਖ ਇੱਕ ਪੈਰ ਅੱਗੇ, ਇੱਕ ਪੈਰ ਪਿੱਛੇ, ਇੱਕ ਪੈਰ ਫਿਰ ਅੱਗੇ ਅਤੇ ਫਿਰ ਦੂਜਾ ਪੈਰ ਫਿਰ ਪਿੱਛੇ, ਅਤੇ ਮਹਾਰਾਜ ਕਹਿੰਦੇ ਜਦੋਂ ਇਹ ਮਨੁੱਖ ਇਸੇ ਤਰ੍ਹਾਂ ਚੱਲਦਾ ਹੈ ਅਤੇ ਤੁਸੀਂ ਦੱਸੋ ਖਾਂ ਕਿ ਉਹ ਮਨੁੱਖ ਆਪਣੀ ਮੰਜ਼ਿਲ 'ਤੇ ਕਿਵੇਂ ਪਹੁੰਚੇਗਾ। ਸਤਿਗੁਰੂ ਦੀ ਬਾਣੀ ਪੜ੍ਹਨ ਵਾਲਾ ਸਿੱਖ ਜਦੋਂ ਸਤਿਗੁਰੂ ਦਾ ਗੁਟਕਾ ਪੜ੍ਹਦਾ ਹੈ, ਫੜ ਕੇ ਸਤਿਗੁਰੂ ਦਾ ਨਾਮ ਜਪਦਾ ਹੈ, ਅਤੇ ਸ਼ਾਮ ਤੋਂ ਜਦੋਂ ਉਸੇ ਮਨ ਦੇ ਨਾਲ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਸੱਚ ਦੀ ਵਿਚਾਰ ਕੀਤੀ, ਸੱਚ ਬੋਲਣ ਦਾ ਯਤਨ ਕੀਤਾ, ਅਤੇ ਫਿਰ ਦੁਨਿਆਵੀ ਤੌਰ 'ਤੇ ਵਿਚਰਿਆ, ਉਹੀ ਮਨ ਝੂਠ ਪਿਆ ਬੋਲਦਾ ਹੈ। ਸਵੇਰੇ ਮਨ ਦੀ ਮੈਲ ਲਾਹਣ ਦਾ ਯਤਨ ਕੀਤਾ, ਸ਼ਾਮ ਨੂੰ ਫਿਰ ਹੋਰ ਮੈਲ ਚਾੜ੍ਹ ਲਈ। ਮਹਾਰਾਜ ਕਹਿੰਦੇ ਦੱਸ ਆਪਣੀ ਮੰਜ਼ਿਲ 'ਤੇ ਕਿਵੇਂ ਪਹੁੰਚੇਗਾ। ਜਦੋਂ ਮਨੁੱਖ ਆਪਣੀ ਜ਼ਿੰਦਗੀ ਦੀ ਬਾਜੀ ਹਾਰ ਕੇ ਜਾਂਦਾ ਹੈ ਜਾਂ ਜਿੱਤ ਕੇ ਜਾਂਦਾ ਹੈ, ਉਹਦੀ ਨਿਸ਼ਾਨੀ ਇਹ ਹੈ ਸਾਧ ਸੰਗਤ, ਜਦੋਂ ਮਨੁੱਖ ਦਾ ਅੰਤਮ ਸਮਾਂ ਆਉਂਦਾ ਅਤੇ ਉਹਦੇ ਚਿਹਰੇ 'ਤੇ ਜਿਹੜੀ ਮੁਸਕਰਾਹਟ ਹੁੰਦੀ ਹੈ, ਉਹਦੇ ਤੋਂ ਤੁਸੀਂ ਅੰਦਾਜ਼ਾ ਲਾ ਕੇ ਇਹ ਦੇਖ ਸਕਦੇ ਕਿ ਇਹ ਆਪਣੀ ਜ਼ਿੰਦਗੀ ਦੀ ਬਾਜੀ ਜਿੱਤ ਕੇ ਗਿਆ ਜਾਂ ਹਾਰ ਕੇ ਗਿਆ। ਕਦੇ ਸੋਚਿਓ, ਕਈ ਵਾਰੀ ਮਨੁੱਖ ਇਹੋ ਜਿਹੇ ਵੀ ਮਿਲ ਜਾਂਦੇ ਨੇ ਜਿਹੜੇ ਕਹਿ ਦਿੰਦੇ ਨੇ ਮੌਤ ਆ ਜਾਵੇ ਡਰ ਕੋਈ ਨਹੀਂ, ਮੈਂ ਤਾਂ ਚੱਲਣ ਦੀ ਤਿਆਰੀ ਵਿੱਚ ਬੈਠਾ, ਮੈਂ ਤਾਂ ਤਿਆਰੀ ਕਰਕੇ ਬੈਠਾ ਹਾਂ, ਮੈਨੂੰ ਤਾਂ ਮੌਤ ਦਾ ਡਰ ਹੀ ਕੋਈ ਨਹੀਂ, ਕਿਉਂਕਿ ਮੈਂ ਮੌਤ ਦੇ ਭੈ ਤੋਂ ਉੱਪਰ ਉੱਠ ਗਿਆ। ਮੈਂ ਤਾਂ ਕਹਿੰਦਾ ਅੱਜ ਆਉਂਦੀ ਹੈ, ਕੱਲ੍ਹ ਆਉਂਦੀ ਹੈ, ਭਾਵੇਂ ਅੱਜ ਆ ਜੇ, ਮੈਂ ਤਾਂ ਤਿਆਰੀ ਕਰੀ ਬੈਠਾ ਹਾਂ। ਜਿਹੜਾ ਬੰਦਾ ਤਿਆਰੀ ਕਰੀ ਬੈਠਾ ਹੁੰਦਾ ਹੈ, ਉਹ ਕਦੇ ਮੌਤ ਦੇ ਦੁੱਖ ਤੋਂ ਨਿਰਾਸ਼ ਨਹੀਂ ਜੇ ਹੁੰਦਾ। ਉਹ ਹਮੇਸ਼ਾ ਸਤਿਗੁਰੂ ਦੇ ਭਾਣੇ ਨੂੰ ਸੱਤ ਕਰਕੇ, ਭਾਵੇਂ ਜੇਠ ਤੇ ਹਾੜ ਦੀ ਕੜਕਦੀ ਧੁੱਪ ਹੋਵੇ ਅਤੇ ਧੁੱਪ ਦੇ ਵਿੱਚ ਬੈਠਾ ਹੋਇਆ ਵੀ ਸ਼ਾਂਤ ਬੈਠਾ ਹੁੰਦਾ ਹੈ। ਦੋਏ ਭਾਏ ਵੇ ਗੁੱਚੀਐ, ਗੱਲ ਪਈ ਸੋ ਜਮ ਕੇ ਫਾਸ। ਜਿਨ੍ਹਾਂ ਨੇ ਦੂਜਿਆਂ ਦਾ ਆਸਰਾ ਰੱਖਿਆ, ਮਹਾਰਾਜ ਕਹਿੰਦੇ ਲੋਕ ਵੀ ਗਵਾਇਆ ਅਤੇ ਪਰਲੋਕ ਵੀ ਗਵਾਇਆ, ਅਤੇ ਖਵਾਰ ਹੋ ਕੇ ਮਹਾਰਾਜ ਕਹਿੰਦੇ ਜੰਮਾਂ ਦੀ ਫਾਹੀ ਗਲ ਵਿੱਚ ਪੈ ਜਾਂਦੀ ਹੈ। ਜੇਹਾ ਬੀਜੈ ਸੋ ਲੁਣੈ, ਮੱਥੈ ਜੋ ਲਿਖਿਆਸ। ਫਿਰ ਮਹਾਰਾਜ ਕਹਿੰਦੇ ਕੁਦਰਤ ਦਾ ਨਿਯਮ ਹੈ, ਕੁਦਰਤ ਦੀ ਇਹ ਗੱਲ ਪ੍ਰਤੱਖ ਹੈ, ਜਿਹਾ ਬੀਜੈ, ਜਿਹੋ ਜਿਹਾ ਬੀਜਿਆ ਤਿਹੋ ਜਿਹਾ ਵੱਢਣਾ ਪਏਗਾ। ਸਿਆਣੇ ਮਨੁੱਖਾਂ ਨੇ ਕਿਹਾ ਸੀ, ਜੈਸਾ ਬੀਜੈ ਸੌ ਲੁਣੈ, ਕਰਮਾਂ ਸੰਧੜਾ ਖੇਤ। ਮਹਾਰਾਜ ਕਹਿੰਦੇ ਸਰੀਰ ਦੇ ਵਿੱਚ ਜਿਹੋ ਜਿਹਾ ਤੂੰ ਬੀਜਿਆ, ਉਹੋ ਜਿਹਾ ਤੈਨੂੰ ਵੱਢਣਾ ਪੈਣਾ। ਜਿਹੋ ਜਿਹੇ ਕਰਮ ਕੀਤੇ ਉਹੋ ਜਿਹਾ ਫਲ ਮਿਲਦਾ ਹੈ। ਜਿਹੋ ਜਿਹੀ ਮਨ ਵਿੱਚ ਬਿਰਤੀ ਬਣੀ, ਉਹੋ ਜਿਹਾ ਹੀ ਅੱਗੇ ਸੰਸਾਰ ਮਿਲਦਾ ਹੈ। ਸਤਿਗੁਰੂ ਦੀ ਬਾਣੀ ਦਾ ਇੱਕ ਸ਼ਬਦ ਪੜ੍ਹਦੇ ਹਾਂ, ਅੰਤ ਕਾਲ ਜੋ ਲక్ష్ਮੀ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, ਸਰਪ ਜੋਨ ਵੱਲ ਵੱਲ ਉਤਰੈ। ਮਹਾਰਾਜ ਕਹਿੰਦੇ ਜੈਸਾ ਸੇਵੈ ਤੈਸਾ ਹੋਏ। ਜਿਹੋ ਜਿਹਾ ਸੇਵਿਆ, ਜਿਹੋ ਜਿਹਾ ਮਨ ਵਿੱਚ ਪ੍ਰਤੀਤਿਆ, ਜਿਹੋ ਜਿਹਾ ਮਨ ਵਿੱਚ ਚਿਤਵਿਆ, ਮਹਾਰਾਜ ਕਹਿੰਦੇ ਉਹੋ ਜਿਹਾ ਹੀ ਪ੍ਰਾਪਤ ਹੁੰਦਾ ਹੈ। ਜਿਹੜਾ ਮਨੁੱਖ ਸਾਰੀ ਉਮਰ ਝੂਠ ਅਤੇ ਕੁਫਰ ਧੋਲਦਾ ਰਿਹਾ, ਹਰ ਇੱਕ ਦੇ ਨਾਲ ਠੱਗੀ ਅਤੇ ਫਰੇਮ ਕਰਦਾ ਰਿਹਾ, ਮਹਾਰਾਜ ਕਹਿੰਦੇ ਤੂੰ ਦੱਸ ਰੱਬ ਦੀ ਦਰਗਾਹ ਦੇ ਵਿੱਚ ਕਿਵੇਂ ਪਾਸਾ ਪਲਟਿਆ ਜਾ ਸਕਦਾ, ਕਿਵੇਂ ਬਾਜੀ ਪਲਟ ਸਕ ਜਾਂਦੀ ਹੈ। ਜੈਸਾ ਬੀਜੈ ਸੋ ਲੁਣੈ ਮੱਥੈ, ਤੇਰੇ ਮੱਥੇ 'ਤੇ ਲਿਖਿਆ ਗਿਆ। ਮਹਾਰਾਜ ਕਹਿੰਦੇ ਜਿਹੋ ਜਿਹਾ ਤੂੰ ਬੀਜਿਆ ਉਹੋ ਜਿਹਾ ਵੱਢੇਂਗਾ। ਇਹ ਸਤਿਗੁਰੂ ਦਾ ਵਿਧਾਨ ਹੈ, ਇਹਦੇ ਤੋਂ ਕੋਈ ਮਨੁੱਖ ਨਹੀਂ ਬਚ ਸਕਦਾ। ਇਹ ਨਿਯਮ ਹੈ ਮਾਲਕ ਦਾ, ਜਿਹੋ ਜਿਹੇ ਕਰਮ ਕੀਤੇ ਤੇਹੋ ਦਾ ਫਲ ਪ੍ਰਾਪਤ ਹੋਣਾ। ਜਿਹਾ ਮਨੁੱਖ ਬੀਜਦਾ ਉਹੋ ਜਿਹਾ ਹੀ ਵੱਢ ਲੈਂਦਾ ਹੈ। ਜਿਹੜਾ ਲੇਖਾ ਉਹਦੇ ਮੱਥੇ 'ਤੇ ਲਿਖਿਆ ਜਾਂਦਾ ਹੈ, ਉਹੀ ਫਲ ਉਹਨੂੰ ਪ੍ਰਾਪਤ ਹੁੰਦਾ ਹੈ। ਰਹਿਣ ਵਿਹਾਣੀ ਪਛਤਾਣੀ,
ਉਠ ਚੱਲੇ ਗਏ ਨਿਰਾਸ। ਜਦੋਂ ਜਗ ਜੀਵਨ ਪੁਰਖ ਨੂੰ ਜੀਵ ਇਸਤਰੀ ਵਿਸਾਰ ਦਿੰਦੀ ਹੈ, ਸਾਰੀ ਜ਼ਿੰਦਗੀ ਮਰਜ ਕਹਿੰਦੇ ਪਛਤਾਵਿਆਂ ਦੇ ਵਿੱਚ ਗੁਜ਼ਰ ਜਾਂਦੀ ਹੈ। ਜਦੋਂ ਉਹ ਜਗਤ ਤੋਂ ਮੋਹ ਵਿੱਚ ਪੈ ਜਾਂਦਾ ਹੈ ਤੇ ਮਾਲਕ ਦੇ ਦਿਲ ਤੋਂ ਟੁੱਟ ਜਾਂਦਾ ਹੈ, ਤੇ ਮਰਜ ਕਹਿੰਦੇ ਉਹਦੇ ਪੱਲੇ ਉਹਦੀ ਝੋਲੀ ਦੇ ਵਿੱਚ ਨਿਰਾਸ਼ਾ ਹੀ ਪੈਂਦੀ ਹੈ। ਨਿਰਾਸ਼ ਮਨੁੱਖ ਜਦੋਂ ਨਿਰਾਸ਼ ਹੋ ਜਾਂਦਾ ਹੈ ਤੇ ਕਈ ਵਾਰੀ ਉਹ ਲੋਭੀ ਵੀ ਬਣ ਜਾਂਦਾ ਹੈ, ਲਾਲਚੀ ਵੀ ਬਣ ਜਾਂਦਾ ਹੈ। ਸਤਿਗੁਰੂ ਦੀ ਬਾਣੀ ਪੜ੍ਹਨ ਵਾਲਾ ਸਿੱਖ ਕਦੇ ਨਿਰਾਸ਼ ਨਹੀਂ ਹੁੰਦਾ। ਉਹ ਸਤਿਗੁਰੂ ਤੇ ਆਸ ਰੱਖਦਾ ਹੈ, ਭਰੋਸਾ ਰੱਖਦਾ ਹੈ। ਭਾਵੇਂ ਦੁਨੀਆ ਤੌਰ 'ਤੇ ਮਨੁੱਖ ਉਹਨੂੰ ਲੱਖਾਂ ਡੁਲਾਉਣ ਦਾ ਯਤਨ ਕਰਦਾ ਹੈ, ਪਰ ਜਿਹੜਾ ਆਸ ਇਸ ਇੱਕ ਮਾਲਕ 'ਤੇ ਰੱਖਦਾ ਹੈ, ਇੱਕ ਮਨੁੱਖ ਤੂੰ ਬਿਰਤੀ ਭਲਾ ਕਰਕੇ ਇੱਕ ਮਾਲਕ 'ਤੇ ਟੇਕ ਰੱਖਦਾ ਹੈ, ਤੇ ਮਰਜ ਕਹਿੰਦੇ ਜਿਹੜਾ ਮਾਲਕ 'ਤੇ ਟੇਕ ਰੱਖਦਾ ਤੇ ਮਾਲਕ ਇੱਕ ਦਿਨ ਉਹਦੀ ਬੋੜੀ ਜ਼ਰੂਰ ਕਰਦਾ, ਉਹਨੂੰ ਡੋਲਣ ਨਹੀਂ ਜੇ ਦਿੰਦਾ। ਤੇ ਜਿਹੜਾ ਮਨੁੱਖ ਪਰਮਾਤਮਾ ਨੂੰ ਵਿਸਾਰ ਦਿੰਦਾ, ਜਗ ਜੀਵਨ ਪੁਰਖ ਨੂੰ ਵਿਸਾਰ ਦਿੰਦਾ ਹੈ, ਉੱਠ ਚੱਲੀ ਗਈ ਨਿਰਾਸ਼। ਇਸ ਸੰਸਾਰ ਤੋਂ ਨਿਰਾਸ਼ ਹੋ ਕੇ ਚਲਾ ਜਾਂਦਾ ਹੈ, ਭਾਵ ਸਭ ਕੁਝ ਗਵਾ ਕੇ ਚਲਾ ਜਾਂਦਾ ਹੈ, ਆਪਣੀ ਜ਼ਿੰਦਗੀ ਦੀ ਬਾਜੀ ਨੂੰ ਹਾਰ ਕੇ ਚਲਾ ਜਾਂਦਾ ਹੈ। ਸਤਿਗੁਰੂ ਜੀ ਦੀ ਬਾਣੀ ਦੀ ਅਗਲੀ ਪੰਕਤੀ ਹੈ, ਜਿਨ ਕੋ ਸਾਧੂ ਪੇਟਿਐ ਸੋ ਦਰਗਹਿ ਹੋਏ ਖਲਾਸ। ਮਰਜ ਕਹਿੰਦੇ ਜਿਨ੍ਹਾਂ ਮਨੁੱਖਾਂ ਨੂੰ, ਜਿਨ੍ਹਾਂ ਜੀਵ ਇਸਤਰੀਆਂ ਨੂੰ ਸਾਧੂ ਦੀ ਸੰਗਤ ਮਿਲ ਜਾਂਦੀ, ਇੱਥੇ ਗੁਰੂ ਦੀ ਸੰਗਤ ਹੈ, ਕਿਸੇ ਸਾਧੂ ਪਖੰਡੀ ਦੀ ਸੰਗਤ ਨਾ ਸਮਝ ਲਿਓ। ਜਦੋਂ ਸਾਧੂ ਦਾ ਨਾਮ ਆਉਂਦਾ ਤੇ ਅਸੀਂ ਸਮਝ ਲੈਂਦੇ ਹਾਂ ਕਿ ਕੋਈ ਚੋਲੇ ਵਾਲਾ ਮਹਾਂਪੁਰਸ਼ ਹੋਏਗਾ, ਕੋਈ ਮਾਲਾਂ ਵਾਲਾ, ਕੋਈ ਸਿਰ 'ਤੇ ਸਵਾਹ ਮਲਿਆ ਜਾਂ ਜੱਟਾਂ ਵਾਲਾ ਕੋਈ ਸਾਧੂ ਹੋਏਗਾ, ਉਹਦੀ ਸੰਗਤ ਕੀਤਿਆਂ ਰੱਬ ਮਿਲਦਾ। ਨਹੀਂ, ਇੱਥੇ ਸੰਗਤ ਉਹਨੂੰ ਕਿਹਾ ਗਿਆ ਜਿੱਥੇ ਪਰਮਾਤਮਾ ਦੀ ਗੱਲ ਹੁੰਦੀ ਹੋਵੇ, ਜਿੱਥੇ ਮਾਲਕ ਦੀ ਗੱਲ ਹੁੰਦੀ ਹੋਵੇ। ਕਈ ਵਾਰੀ ਮਨੁੱਖ ਸਮਝ ਲੈਂਦੇ ਨੇ ਕਿ ਕਿਤੇ 20, 25 ਜਾਂ 10 ਜਾਂ 50 ਬੰਦੇ ਬੈਠੇ ਨਹੀਂ, ਉਹਨੂੰ ਵੀ ਸੰਗਤ ਕਹਿੰਦੇ। ਨਹੀਂ, ਸੰਗਤ ਉਹਨੂੰ ਨਹੀਂ ਕਹਿੰਦੇ ਜਿੱਥੇ ਪਰਮਾਤਮਾ ਦੀ ਗੱਲ ਹੁੰਦੀ ਹੋਵੇ, ਜਿੱਥੇ ਪਰਮਾਤਮਾ ਦੇ ਨਾਮ ਨੂੰ ਜਪਿਆ ਜਾਂਦਾ ਹੋਵੇ, ਜਿੱਥੇ ਸਤਿਗੁਰੂ ਦੀ ਬਾਣੀ ਪੜ੍ਹੀ ਜਾਂਦੀ ਹੋਵੇ। ਬਾਣੀ ਵੀ ਸਤਿਗੁਰੂ ਦਾ ਨਾਮ ਹੈ। ਨਾਮ ਜਪਣਾ ਕੀ ਹੈ? ਕਈ ਵਾਰੀ ਮਨੁੱਖ ਭੁਲੇਖੇ ਵਿੱਚ ਰਹਿੰਦੇ ਨੇ, ਨਾਮ ਕਿਵੇਂ ਜਪੀਏ ਭਾਈ? ਕੀ ਕਹਿੰਦੇ ਨੇ ਕਿ ਅਸੀਂ ਨਾਮ ਨਹੀਂ ਜਪਣਾ ਆਉਂਦਾ, ਅਸੀਂ ਜਪਣਾ ਉਹਦੀ ਜੁਗਤੀ ਮੁਕਤੀ ਕੀ ਹੈ। ਸਤਿਗੁਰੂ ਦੇ ਪਿਆਰਿਓ, ਸਤਿਗੁਰੂ ਜੀ ਬਾਣੀ ਵਿੱਚ ਕਹਿੰਦੇ ਨੇ, ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ। ਜਦੋਂ ਖਸਮ ਦੀ ਬਾਣੀ ਤੁਸੀਂ ਪੜ੍ਹੋਗੇ, ਮਰਜ ਕਹਿੰਦੇ ਜਿਉ ਬਾਣੀ ਇਹ ਬਾਣੀ ਗੁਰੂ ਹੈ, ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਸਤਿਗੁਰੂ ਦੀ ਬਾਣੀ ਪੜ੍ਹਦੇ ਹਾਂ, ਗੁਰਬਾਣੀ ਬਣੀ ਹੈ। ਗੁਰਬਾਣੀ ਦਾ ਹੀ ਰੂਪ ਬਣ ਜਾਂਦਾ ਹੈ। ਜਦੋਂ ਗੁਰਬਾਣੀ ਦਾ ਰੂਪ ਬਣ ਗਿਆ ਮਨੁੱਖ, ਤੇ ਉਹ ਸਮਝੋ ਰੱਬ ਦਾ ਰੂਪ ਬਣ ਜਾਂਦਾ ਹੈ। ਸਤਿਗੁਰੂ ਦੀ ਬਾਣੀ ਪੜ੍ਹਦੇ ਹਾਂ ਮਨੁੱਖ ਦੀ ਬਿਰਤੀ ਪਰਮਾਤਮਾ ਵਰਗੀ ਬਣ ਜਾਂਦੀ ਹੈ, ਦਇਆ ਵਾਲੀ ਬਣ ਜਾਂਦੀ ਹੈ, ਸ਼ਾਂਤੀ ਵਾਲੀ ਬਣ ਜਾਂਦੀ ਹੈ। ਉਹ ਤਪਦਾ ਨਹੀਂ, ਭਾਵੇਂ ਕੋਈ ਲੱਖਾਂ ਜੀਵ ਉਹਨੂੰ ਤਪਾਉਂਦੇ ਫਿਰਨ, ਭਾਵੇਂ ਲੱਖਾਂ ਲੋਕ ਉਹਨੂੰ ਤਪਾਉਂਦੇ ਫਿਰਨ, ਪਰ ਉਹ ਤਪਦਾ ਨਹੀਂ। ਉਹ ਸਦਾ ਹੀ ਮਿੱਠ ਬੋਲੜੇ ਸੁਭਾਅ ਦੇ ਵਿੱਚ ਰਹਿੰਦਾ ਹੈ, ਮਿੱਠਾ ਬੋਲਦਾ ਹੈ। ਮਹਾਰਾਜ ਕਹਿੰਦੇ, ਮਿੱਠਾ ਬੋਲੈ ਨਿਵ ਚੱਲੈ ਸੇਜੈ ਰਵੈ ਪਧਾਰ, ਕਿਉਂਕਿ ਮੇਰੇ ਮਾਲਕ ਦਾ ਗੁਣ ਹੈ ਮਿੱਠ ਬੋਲੜਾ ਜੀ। ਹਰ ਸੱਜਣ ਸੁਆਮੀ ਮੋਰਾ, ਮੇਰਾ ਮਾਲਕ ਤੇ ਬੜਾ ਮਿੱਠਾ ਬੋਲਦਾ ਹੈ। ਜਦੋਂ ਇੱਕ ਮਨੁੱਖ ਬਾਣੀ ਪੜ੍ਹ ਕੇ, ਜਦੋਂ ਕਿਸੇ ਮਨੁੱਖ ਨੂੰ ਬੋਲ ਕੇ ਕੌੜੇ ਬਚਨ ਬੋਲਦਾ ਤੇ ਸਮਝ ਲੈਣਾ ਕਿ ਹਲੇ ਉਹਨੂੰ ਮਾਲਕਾਂ ਦੇ ਨਾਮ ਦੀ ਸੂਝ ਨਹੀਂ ਜੇ ਮਿਲੀ, ਉਹਨੂੰ ਪਰਮਾਤਮਾ ਦੇ ਨਾਮ ਦੀ ਹਲੇ ਪੂਰੀ ਬਰਕਤ ਨਹੀਂ ਜੇ ਮਿਲੀ। ਉਹ ਹਲੇ ਅੱਧ ਵਿਚਾਲੇ ਹੈ, ਇੱਕ ਪੈਰ ਪਿੱਛੇ ਲੈ ਕੇ ਜਾਂਦਾ, ਇੱਕ ਅੱਗੇ, ਸਵੇਰੇ ਇੱਕ ਪੈਰ ਅੱਗੇ ਤੇ ਫਿਰ ਸ਼ਾਮ ਨੂੰ ਦੂਜਾ ਪੈਰ ਪਿੱਛੇ ਖਿੱਚ ਲੈਂਦਾ ਹੈ। ਤੇ ਮਹਾਰਾਜ ਕਹਿੰਦੇ ਇਹੋ ਜਿਹੀ ਬਿਰਤੀ ਉਸ ਮਨੁੱਖ ਦੀ ਬਣੀ ਹੋਈ ਹੈ। ਤੇ ਜਿਨ੍ਹਾਂ ਨੂੰ ਸਾਧੂ ਰੂਪੀ ਸੰਗਤ ਮਿਲ ਜਾਂਦੀ ਹੈ, ਮਹਾਰਾਜ ਕਹਿੰਦੇ ਉਹ ਪਰਮਾਤਮਾ ਦੀ ਦਰਗਾਹ ਦੇ ਵਿੱਚ, ਮਾਲਕ ਦੀ ਖੁਸ਼ਾਮਦੀ ਦੇ ਵਿੱਚ ਸੁਰਖਰੂ ਹੋ ਜਾਂਦੇ ਨੇ, ਭਾਵ ਮੁਖ ਉਜਲੇ ਬਣ ਜਾਂਦੇ ਹਨ। ਕਰ ਕਿਰਪਾ ਪ੍ਰਭ ਆਪਣੀ, ਤੇਰੇ ਦਰਸ਼ਨ ਹੋਏ ਪਿਆਸ।
हे वाहिगुरु जी, हे खुदा जी, मेरे ते मेहर कर, मेरे मन दे विच तेरे दर्शनां दी तांघ पैदा हो जावे। जदों ते मालिक किरपा करदा है ते मनुख मालिक तों मुनकर हो जाता है। जदों अपने गुरुद्वारे साहब खुले सन, धार्मिक अस्थान रब की आस्था रखण वास्ते ढंडोरा पिटदे सन, आवाज़ां दिंदे सन कि आवो सिख सतगुरु के प्यारिओ ते गावो सच्ची बाणी, आके बाणी गावो। ते मनुख उदों सोचदा सी नहीं अज नहीं, जे मैं कल चला जावांगा, नहीं मेरे को समा होवेगा मैं फिर चला जावांगा। पर अज जदों इस समय के मुताबक दरवाजे बंद हो जाते हैं तो मनुख काला पै जाता है कि मैं दर्शन करा महाराज दे जाके। सतगुरु कहते ने तेरे अंदर जदों दर्शनां की पांघ पैदा हो गई ना, फिर महाराज कहते तू कदे ये नहीं जे सोचेगा कि हुण दुनियावी रुकावटां बन गईयां जां दुनियावी औंकड़ां आ गईयां। जदों तेरे अंदर तांघ पैदा हो गई ना मिलण दी, महाराज कहते पहलां तो ये बेनती कर तेरे अंदरों प्यास बन जावे, तेरे अंदर तांघ पैदा हो जावे, तेरे अंदर प्रभु नूं मिलण दी महाराज कहते ऐसी इच्छा प्रबल हो जावे, तू कवें कि कोई आण मिलावे मेरा प्रीतम प्यारा हों तिस पै आप विच आई। दर्शन हर देखण कै ताई, किरपा करे तां सतगुर मेलै हर हर नाम ध्याई। तू शब्द बोले तन मन काट काट सब अरपी विच अग्नि आप जलाई। जदों मालक नूं मिलण दी तांघ तेरे अंदर पैदा हो जाती है तो फिर तेरा मन रुकदा नहीं, तू आप मुहारे गुरु दे वाले पासे चल पैंदा है, दौड़ पैंदा है, क्योंकि तेरे अंदर तांघ ही पैदा होई है। कई मनुख दे अंदर प्रभु नूं मिलण दी तड़फ नहीं जे पैदा हुंदी। किते बाबा फरीद नूं पुछिओ जे, भावें शरीर ते कां ठोंगे पिया मारदा है, शरीर मास नोच नोच के खांदा है, पर पीड़ कादी है दिल दे विच। जदों शरीर दे विच प्रभु नूं मिलण दी पीड़ ज़्यादा होवे ते दुनियावी पीड़ां आपे उठ जांदियां ने, दुनियावी दुख फिक्के लगन लग पैंदे ने, दुनियावी सुख फिक्के जागण लग पैंदे ने, दुनियावी रिश्ते नाते कुछ नहीं मनुख समझदा। जदों मालक दे मिलण दी पीड़ मन विच पैदा हुंदी है, पर वो किन्ने अभागे मनुख होणगे जिन्हां दे अंदर हले परमात्मा नूं मिलण दी तांघ ही नहीं जे जागी। वो चंगे मनुख ने, भागां वाले ने, जिन्हां दे अंदर मालिक एक जोत ते जगाउंदा है। वो भलिया सज्जणा जा गुरु दे द्वारे जाके मत्था टेक लै, ये ते तांघ पैदा हुंदी है जिहदे अंदर मालिक ये कहंदा कि भलिया उठ अमृत वेला हो गया, नितनेम दी बाणी दा जाप कर लै। वो भलिया शाम दा वेला हो गया, उठ के तू परमात्मा दी रह रस दी बाणी दा पाठ कर लै। जिहदे मनुख अंदर ये तांघ पी जागदी है ते मैं ये समझदा हाँ कि उहदे अंदर परमात्मा दा कोई ना कोई किणका ते वासी गया ना। कई इहो ਜਿਹੇ भी मनुख दुनिया ते बैठे ने जिन्हां ने कदे गुरु दे द्वारे वल मूँह नहीं जे कीता। कई ऐसे भी मनुख बैठे ने किन्हां ने कई कई साल जपजी दी बाणी नहीं पढ़ी। कई ਇਹੋ ਜਿਹੇ भी मनुख ने किसी ने मूल मंत्र नहीं जे कीता। महाराज कहंदे ने ऐ भलिया मनुखा तू अंदर अपने परमात्मा नूं मिलण दी तांघ पैदा कर। तेरे अंदर परमात्मा नूं मिलण दी तांघ पैदा हो गई ना, एक दिन तू परमात्मा दे दर ते जरूर मिलेगा। जदों आस है तो सब कुछ है, आस नहीं तो दुनिया वीरानी जापदी है। आस रखिए, मालिक ते भरोसा रखिए, एक दिन मालिक नूं जरूर मिलांगे। प्रभ तुद बिन दूजा को नहीं, नानक की अरदास। हुण गुरु नानक सच्चे पातशाह का रूप पंजवां गुरु नानक गुरु अर्जन पातशाह कहते ने, नानक तेरे अगे बेनती करदा है वाहिगुरू, हे अकाल पुरख मेरे ते मेहर कर। क्यों मेहर कर? तेथों बिना मेरा कोई होर आसरा नहीं। हे मालिक जी मेरे ते दया कर दे, मेरी बेनती तेरे अगे तरला है, अरदास है। बाबा फरीद जी भी तरला पाउंदे सी ना, मालिक जी कागा करंग ढंडोलिया सगला खाया मास, ए दोए नैना मत छोहूं फिर देखन की आस।
ਮੇਰੇ ਅੰਦਰ ਮਾਲਕ ਨੂੰ ਦੇਖਣ ਦੀ ਆਸ ਹੈ, ਪਰ ਮੇਰੀਆਂ ਅੱਖਾਂ ਨੂੰ ਇਹ ਕਾਂ ਤੂੰ ਮੇਰੀਆਂ ਅੱਖਾਂ ਨੂੰ ਨਾ ਛੋਈ, ਕਿਉਂਕਿ ਮੇਰੇ ਅੰਦਰ ਮਾਲਕ ਨੂੰ ਮਿਲਣ ਦੀ ਆਸ ਹੈ। ਭਾਵੇਂ ਸਰੀਰ ਦਾ ਪੋਟਾ ਪੋਟਾ ਤੂੰ ਖਾ ਲੈ, ਪਰ ਮੇਰੀਆਂ ਅੱਖਾਂ ਨੂੰ ਨਾ ਛੋਈ ਜੇ। ਇਹ ਅੱਖਾਂ ਬੜੀਆਂ ਕੀਮਤੀਆਂ। ਇਹਨਾਂ ਅੱਖਾਂ ਦੇ ਨਾਲ ਜਿਹੜਾ ਮਨੁੱਖ ਇਸ ਸੰਸਾਰ ਵਿੱਚ ਰਹਿ ਕੇ ਪਰਮਾਤਮਾ ਦੇ ਦਰਸ਼ਨ ਕਰ ਜਾਂਦਾ ਹੈ, ਉਹ ਪਰਮਾਤਮਾ ਦੀ ਦਰਗਾਹ ਦੇ ਵਿੱਚ ਪ੍ਰਵਾਨ ਹੋ ਜਾਂਦਾ ਹੈ। ਪੰਚਮ ਪਾਤਸ਼ਾਹ ਕਹਿੰਦੇ ਨੇ, ਹੇ ਮਾਲਕ ਜੀ ਤੁਧ ਬਿਨ ਦੂਜਾ ਕੋ ਨਹੀਂ, ਨਾਨਕ ਕੀ ਅਰਦਾਸ। ਹੇ ਮਾਲਕ ਮੇਰਾ ਕੋਈ ਆਸਰਾ ਨਹੀਂ, ਮੇਰੇ ਤੇਰੇ ਚਰਨਾਂ ਵਿੱਚ ਅਰਦਾਸ ਹੈ, ਬੇਨਤੀ ਹੈ, ਜੋਦੜੀ ਹੈ, ਤਰਲਾ ਹੈ। ਤੂੰ ਮੈਨੂੰ ਆਪਣੇ ਤੇ ਕਿਰਪਾ ਕਰਕੇ ਆਪਣੇ ਨਾਲ ਮਿਲਾ ਲੈ। ਅਸਾੜ ਸੋਹੰਦਾ ਤਿਸ ਲੱਗੈ, ਜਿਸ ਮਨ ਹਰ ਚਰਨ ਨਿਵਾਸ। ਮਹਾਰਾਜ ਕਹਿੰਦੇ ਉਹੀ ਹਾੜ ਦਾ ਤੇ ਜੇਠ ਦਾ ਮਹੀਨਾ ਤਪਦਾ ਸੁਹੰਦਾ ਬਣ ਜਾਂਦਾ ਹੈ। ਜਿਸ ਮਨ ਹਰ ਚਰਨ ਨਿਵਾਸ, ਜਿਸ ਹਿਰਦੇ ਦੇ ਵਿੱਚ ਮਾਲਕ ਦੀ ਬਾਣੀ, ਮਾਲਕ ਦੇ ਬਚਨ, ਸਤਿਗੁਰੂ ਦੀ ਬਾਣੀ, ਜਿਹੜੇ ਚਰਨ ਦੀ ਗੱਲ ਕੀਤੀ, ਕਿਸੇ ਮਨੁੱਖ ਦੇ ਪੈਰ ਨਹੀਂ ਜੇ ਸਾਧ ਸੰਗਤ, ਇਹ ਸਤਿਗੁਰੂ ਦੀ ਬਾਣੀ ਹੈ, ਸਤਿਗੁਰੂ ਦੇ ਬਚਨ ਨੇ। ਸਤਿਗੁਰੂ ਦੇ ਬਚਨਾਂ ਨੂੰ ਜਦੋਂ ਹਿਰਦੇ ਵਿੱਚ ਵਸਾ ਲੈਂਦੇ ਹਾਂ, ਮਾਲਕ ਦੇ ਚਰਨ ਬਣ ਜਾਂਦੇ ਨੇ। ਮਹਾਰਾਜ ਕਹਿੰਦੇ ਜਿਨ੍ਹਾਂ ਨੇ ਮਾਲਕ ਦੇ ਚਰਨਾਂ ਨੂੰ, ਭਾਵ ਮਾਲਕ ਦੇ ਬਚਨਾਂ ਨੂੰ, ਮਾਲਕ ਦੀ ਬਾਣੀ ਨੂੰ ਆਪਣੇ ਹਿਰਦੇ ਦੇ ਵਿੱਚ ਵਸਾ ਲੈਂਦੇ ਨੇ, ਮਹਾਰਾਜ ਕਹਿੰਦੇ ਨੇ ਹਾੜ ਦੀ ਰੁੱਤ, ਭਾਵ ਤਪਦੀ ਹੋਈ ਰੁੱਤ ਵੀ ਉਹਨਾਂ ਦੇ ਲਈ ਸੁਹਾਵਣੀ ਬਣ ਜਾਂਦੀ ਹੈ, ਮਿੱਠੀ ਬਣ ਜਾਂਦੀ ਹੈ, ਅਤੇ ਦੁਨਿਆਵੀ ਤੌਰ 'ਤੇ ਉਹਨਾਂ ਦੇ ਸਾਰੇ ਦੁੱਖ ਜਿਹੜੇ ਨੇ ਮਿਟ ਜਾਂਦੇ ਨੇ। ਸਤਿਗੁਰੂ ਦੇ ਚਰਨਾਂ ਦੇ ਵਿੱਚ ਆਸ ਰੱਖੀਏ ਭਾਈ, ਮਨੁੱਖਾਂ ਦੀ ਆਸ 'ਤੇ ਨਾ ਰਹੀਏ। ਜੇ ਮਨੁੱਖ ਆਸ ਦੀ, ਕਿਸੇ ਦੀ ਆਸ ਰੱਖਦਾ ਤੇ ਜਿਹੜਾ ਆਪ ਭਿਖਾਰੀ ਦੂਜਿਆਂ ਨੂੰ ਕੀ ਦੇ ਸਕਦਾ ਹੈ। ਅਕਬਰ ਬਾਦਸ਼ਾਹ ਦੇ ਸਮੇਂ ਇੱਕ ਫਕੀਰ ਹੋਇਆ, ਕਹਿੰਦੇ ਰੋਜ਼ ਮੰਗਣਾ ਤੇ ਰੋਜ਼ ਖਾ ਲੈਣਾ। ਇੱਕ ਦਿਨ ਮਨ ਵਿੱਚ ਆਇਆ ਕਿਉਂ ਨਾ ਹੋਵੇ ਅਕਬਰ ਦੇ ਦਰਬਾਰ ਦੇ ਵਿੱਚ ਜਾਈਏ। ਅਕਬਰ ਬਾਦਸ਼ਾਹ ਬੜਾ ਚੰਗਾ ਹੈ, ਦਇਆਵਾਨ ਹੈ, ਸਾਡੀ ਝੋਲੀ ਦੇ ਵਿੱਚ ਕੁਝ ਨਾ ਕੁਝ ਪਾ ਦੇਗਾ ਤੇ ਸਾਡੇ ਕੁਝ ਦਿਨ ਜਿਹੜੇ ਸੁਖਾਲੇ ਲੰਘ ਜਾਣਗੇ। ਇੰਨੀ ਗੱਲ ਕਹਿ ਕੇ ਫਕੀਰ ਅਕਬਰ ਦੇ ਦਰਬਾਰ ਵਿੱਚ ਪਹੁੰਚਦੇ ਨੇ। ਅਕਬਰ ਮਸਜਿਦ ਦੇ ਵਿੱਚ ਖੁਦਾ ਦੀ ਇਬਾਦਤ ਕਰਨ ਵਾਸਤੇ, ਨਮਾਜ਼ ਅਦਾ ਕਰਨ ਵਾਸਤੇ ਪਹੁੰਚਿਆ ਹੁੰਦਾ ਹੈ। ਅਤੇ ਜਦੋਂ ਪਹੁੰਚਦੇ ਨੇ ਤੇ ਕੀ ਦੇਖਦੇ ਨੇ, ਅਕਬਰ ਮਾਲਕ ਦੀ ਦਰਗਾਹ ਦੇ ਵਿੱਚ ਉਸ ਖੁਦਾ ਦੇ ਅੱਗੇ ਆਪਣੇ ਹੱਥ ਉੱਪਰ ਨੂੰ ਚੱਕ ਕੇ ਖੁਦਾ ਦੇ ਅੱਗੇ ਬੇਨਤੀ ਕਰਦੇ ਆ, ਐ ਖੁਦਾ, ਐ ਅੱਲਾਹ ਤਾਲਾ ਮੇਰੇ 'ਤੇ ਰਹਿਮਤ ਕਰ, ਮੇਰੇ ਰਾਜ ਭਾਗ ਨੂੰ ਹੋਰ ਵੱਡਾ ਕਰ ਦੇ, ਮੇਰੇ ਰਾਜ ਭਾਗ ਦੀ ਦੌਲਤ ਨੂੰ ਹੋਰ ਦੁੱਗਣਾ ਕਰ ਦੇ, ਮੇਰੇ ਰਾਜ ਭਾਗ ਨੂੰ ਇੰਨਾ ਵਧਾ ਦੇ ਕਿ ਮੈਂ ਉਸ ਰਾਜ ਭਾਗ ਨੂੰ ਸੰਭਾਲਦਾ ਹੋਇਆ ਤੇਰੀ ਇਬਾਦਤ ਕਰਦਾ ਰਵਾਂ। ਜਦੋਂ ਇੰਨੇ ਕੋ ਬਚਨ ਉਸ ਫਕੀਰ ਸਾਈਂ ਦੇ ਕੰਨਾਂ ਵਿੱਚ ਪਏ ਤੇ ਕਹਿਣ ਲੱਗਾ, ਚਾਲੋ ਭਲਿਆ ਪੁਰਸ਼ਾ, ਆਪਾਂ ਕਿਹੜੇ ਭਿਖਾਰੀ ਕੋਲੋਂ ਮੰਗਣ ਆ ਗਏ ਹਾਂ, ਜਿਹੜਾ ਆਪ ਪਿਆ ਮੰਗਦਾ ਤੇ ਆਪਾਂ ਵੀ ਉਸ ਖੁਦਾ ਦੇ ਕੋਲੋਂ ਮੰਗੀਏ। ਭਾਵ ਸਮਝ ਹੈ ਇੱਕ ਸਾਧ ਸੰਗਤ, ਜੇ ਮੰਗਣਾ ਤੇ ਮਾਲਕ ਦੇ ਕੋਲੋਂ ਮੰਗੀ। ਜੇ ਕਿਸੇ ਮਨੁੱਖ ਤੂੰ ਮੰਗੇਗਾ, ਇੱਕ ਦਿਨ ਤੈਨੂੰ ਜ਼ਰੂਰ ਫਿੱਕਾ ਪਾ ਦੇਵੇਗਾ ਕਿਸੇ ਦੀਆਂ ਨਜ਼ਰਾਂ ਦੇ ਵਿੱਚ। ਆਓ ਉਸ ਮਾਲਕ ਤੇ ਆਸ ਰੱਖੀਏ। ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਧੀ ਆਸ। ਜੇ ਜਗ ਜੀਵਨ ਪੁਰਖ ਜਿਹੜਾ ਜੀਵਨ ਦੇਣ ਵਾਲਾ ਹੈ, ਮਾਲਕ ਹੈ, ਉਹਨੂੰ ਤਿਆਗ ਕੇ ਮਨੁੱਖਾਂ ਦੀ ਆਸ ਰੱਖਾਂਗੇ ਤੇ ਖਵਾਰ ਹੋਵਾਂਗੇ। ਸੋ ਸਾਧ ਸੰਗਤ, ਅੱਜ ਜੇਠ ਦਾ ਮਹੀਨਾ ਸਮਾਪਤ ਹੋ ਕੇ ਅੰਮ੍ਰਿਤ ਵੇਲੇ ਤੋਂ ਹਾੜ ਦਾ ਮਹੀਨਾ, ਭਾਵ ਹਾੜ ਦਾ ਮਹੀਨਾ ਆਰੰਭ ਹੋਇਆ। ਅਰਦਾਸ ਹੈ ਮਾਲਕ ਦੇ ਅੱਗੇ, ਇਹ ਮਹੀਨਾ ਸਭਨਾਂ ਦੇ ਲਈ ਖੁਸ਼ੀਆਂ ਲੈ ਕੇ ਆਵੇ। ਅਸੀਂ ਸਾਰੇ ਹੀ ਹਾੜ ਦੇ ਮਹੀਨੇ ਦੇ ਵਿੱਚ ਅਰਦਾਸ ਕਰੀਏ ਕਿ ਗੁਰੂ ਦੇ ਦਰਸ਼ਨ ਦੀਦਾਰ ਹੋਣ। ਮਨ ਵਿੱਚ ਚਾਹੋ, ਮਨ ਵਿੱਚ ਤਾਂਘ, ਮਨ ਵਿੱਚ ਤੜਫ ਪੈਦਾ ਕਰੀਏ ਕਿ ਮਨ ਵਿੱਚ ਮਿਲ ਮੇਰੇ ਪ੍ਰੀਤਮਾ ਜੀਓ ਹੋ, ਤੁਧ ਬਿਨ ਖਰੀ ਨਿਮਾਣੀ। ਇਹ ਕਹੀਏ ਮੇਰਾ ਮਨ ਲੋਚੈ, ਗੁਰ ਦਰਸ਼ਨ ਤਾਈ ਬਿਲਪ ਕਰੇ, ਚਾਤਰਿਕ ਕੀ ਨਿਆਈ। ਮਨ ਵਿੱਚ ਆਸ ਰੱਖੀਏ, ਬੇਨਤੀ ਕਰੀਏ, ਤੜਫ ਕੇ ਤਰਲਾ ਪਾਈਏ, ਮਾਲਕ ਆਪਣੇ ਦਰਸ਼ਨ ਬਖਸ਼। ਅਤੇ ਜਦੋਂ ਤਾਂਘ ਪੈਦਾ ਹੋਏਗੀ ਫਿਰ ਆਪ ਮੁਹਾਰੇ ਗੁਰੂ ਦੇ ਦਰਸ਼ਨ ਹੋ ਜਾਂਦੇ ਨੇ। ਸਤਿਗੁਰੂ ਰਹਿਮਤ ਕਰੇ। ਵਿਚਾਰਾਂ ਕਰਦੇ ਹਾਂ, ਬਾਣੀ ਪੜ੍ਹਦੇ ਹਾਂ, ਅਨੇਕਾਂ ਭੁੱਲਾਂ ਹੋ ਜਾਂਦੀਆਂ ਨੇ, ਖਿਮਾ ਬਖਸ਼ਿਓ ਜੀ।
ਆਓ ਰਲ ਕੇ ਆਨੰਦ ਸਾਹਿਬ ਪੜ੍ਹ ਕੇ ਅਰਦਾਸ ਵਿੱਚ ਸ਼ਾਮਲ ਹੋਈਏ। ਸੋ ਕਿਰਪਾ ਕਰੇ ਸਤਿਗੁਰੂ ਜੀ ਸਾਡੀ